अस्सलाम वालेकुम एवरीवन। ते की तुसी भी किसी कोलों हमदर्दी दी या तवज्जो दी भीख मंगदे पए हो? इस चीज़ दी साडे मुआशरे दे विच अजकल ਇਹ चीज़ बहुत चलदी पई है कि लोग पहले एक दूसरे ਨੂੰ अपने ਨਾਲ अट्रैक्ट कर ਲੈਂਦੇ ਆ, ਗੱਲਾਂ ਬਾਤਾਂ ਕਰਦੇ ਰਹਿੰਦੇ ਆ ਤੇ ਬਾਅਦ ਵਿੱਚ ਇਹ ਟਾਈਮ ਆ ਜਾਂਦਾ ਆ ਉਹ ਜਿਹੜਾ ਵੀ ਰਿਲੇਸ਼ਨ ਹੁੰਦਾ ਆ ਉਹਦੇ ਵਿੱਚੋਂ ਇੱਕ ਸਾਈਡ ਦਾ ਬੰਦਾ ਜਾਂ ਲੜਕੀ ਜਿਹੜਾ ਵੀ ਆ ਇੱਕ ਰਿਸ਼ਤਾ ਉਹ ਇਸ ਕਗਾਰ ਤੇ ਪਹੁੰਚ ਗਿਆ ਹੁੰਦਾ ਆ ਕਿ ਉਹ ਉਹਨੂੰ ਛੱਡ ਨਹੀਂ ਸਕਿਆ ਹੁੰਦਾ ਤੇ ਉਹ ਉਸ ਟਾਈਮ ਉਹਦੀ ਮਿੰਨਤਾਂ ਕਰ ਰਿਹਾ ਹੁੰਦਾ ਹੈ। ਇਸ ਚੀਜ਼ ਦੀ ਇੱਕ ਮੈਂ ਬਹੁਤ ਹੀ ਵੱਡੀ ਮਿਸਾਲ ਦੇ ਸਕਦਾ ਜਿਹੜੀ ਅੱਜ ਕੱਲ੍ਹ ਸਾਡੇ ਸਿਚੁਏਸ਼ਨਸ ਚੱਲ ਰਹੀਆਂ ਆ। ਅੱਜ ਕੱਲ੍ਹ ਜਿਹੜੇ ਸਾਡੇ ਨੌਜਵਾਨ ਰਿਲੇਸ਼ਨਸ਼ਿਪ ਦੇ ਵਿੱਚ ਆ ਰਹੇ ਆ, गलत हमला नंबर 1 ਤੇ ਨੰਬਰ 2 ਤੇ ਕਿ ਜਿਸ ਟਾਈਮ ਰਿਲੇਸ਼ਨਸ਼ਿਪ ਹੋ ਗਿਆ ਫਿਰ ਸ਼ਾਦੀ ਦੇ ਵਾਅਦੇ ਹੋ ਜਾਂਦੇ ਆ। ਠੀਕ ਹੈ, ਅੱਛਾ ਸ਼ਾਦੀ ਦੇ ਵਾਅਦੇ ਕਰਨ ਤੋਂ ਬਾਅਦ ਵਿੱਚ ਇੱਕ ਗੱਲ ਕੀਤੀ ਪਰ ਇੱਕ ਚੀਜ਼ ਨੋਟ ਨਹੀਂ ਕੀਤਾ ਜਾਂਦਾ ਕਿ ਸਾਡੇ ਪੇਰੈਂਟਸ ਇਸ ਲਈ ਐਗਰੀ ਹੋਣਗੇ ਜਾਂ ਨਹੀਂ। ਨੰਬਰ 1 ਨੰਬਰ 2 ਕਿ ਅਗਰ ਸਾਡੇ ਪੇਰੈਂट्स एग्री नहीं होंगे तो ਅਸੀਂ ਇਸ ਚੀਜ਼ ਨੂੰ ਅੱਗੇ ਨਾ ਤੋਰੀਏ, ਮਜ਼ੀਦ ਨਾ ਵਧਾਈਏ। ਪਹਿਲੀ ਗੱਲ ਤਾਂ ਵਾਲੀ ਗੱਲ ਤਾਂ ਲੇਕਿਨ ਇਸ ਚੀਜ਼ ਨੂੰ ਮੈਂ ਗਲਤ ਨਹੀਂ ਕਹਿੰਦਾ ਕਿ ਅਗਰ ਕੋਈ ਲੜਕਾ ਜਾਂ ਲੜਕੀ ਕਿਸੇ ਨੂੰ ਪਸੰਦ ਕਰ ਲੈਂਦਾ ਕੋਈ ਗਲਤ ਅਮਲ ਨਹੀਂ ਹੈ। ਤੇ ਇਹ ਚੀਜ਼ ਤੇ ਇਸਲਾਮ ਵੀ ਕਹਿੰਦਾ ਹੈ ਕਿ ਅਗਰ ਤੁਸੀਂ ਇੱਕ ਲੜਕਾ ਜਾਂ ਲੜਕੀ ਦੂਸਰੇ ਪਸੰਦ ਕਰਦੇ ਆ ਤੇ ਉਸ ਦਾ ਸਭ ਤੋਂ ਬਿਹਤਰੀਨ ਜਿਹੜੀ ਸਿਚੁਏਸ਼ਨ ਆ ਉਹ ਜਿਹੜੀ ਸਭ ਤੋਂ ਬਿਹਤਰੀਨ ਰਾਸਤਾ ਉਹ ਨਿਕਾਹ ਹੈ। ਠੀਕ ਹੈ, ਤੇ ਨਿਕਾਹ ਕਰ ਲਵੋ। ਤੇ ਜਿਸ ਤਰ੍ਹਾਂ ਨਿਕਾਹ ਨੂੰ ਦਾ ਮਾਨ ਲੱਗਦਾ ਹੈ ਥੋੜਾ ਦੋਨਾਂ ਚ ਇੱਕ ਲੜਕਾ ਜਾਂ ਲੜਕੀ ਦੋਨਾਂ ਚ ਇੱਕ ਸਾਈਡ ਦਾ ਬੰਦਾ ਜਾਂ ਲੜਕੀ ਇਹ ਗੱਲ ਕਹਿੰਦੀ ਜੀ ਸਾਡੇ ਵਾਲਦਾ ਨਹੀਂ ਮੰਨ ਰਹੇ, ਮੇਰੇ ਘਰ ਤੋਂ ਨਹੀਂ ਮੰਨ ਰਹੇ ਜਾਂ ਜੋ ਕੁਛ ਵੀ ਆ ਤੇ ਸਾਡਾ ਨਾਲ ਗੁਜ਼ਾਰਿਆ ਹੋ ਸਕਦਾ ਤੂੰ ਆਪਣੇ ਰਾਹ ਤੇ ਮੈਂ ਆਪਣੇ ਰਾਹ। ਅੱਛਾ ਉਹ ਜਿਸ ਟਾਈਮ ਆਪਣੇ ਰਾਹ ਕੀਤਾ ਜਾਂਦਾ ਹੈ ਤੇ ਉਹ ਸਿਚੁਏਸ਼ਨ ਉਹ ਟਾਈਮ ਜਿਹੜਾ ਹੁੰਦਾ ਉਹ ਐਸਾ ਆ ਗਿਆ ਹੁੰਦਾ ਆ ਉਹ ਲੜਕਾ ਜਾਂ ਉਹ ਲੜਕੀ ਉਹ ਆਪਣੇ ਰਿਸ਼ਤੇ ਨੂੰ ਉਹ ਸਾਡੇ ਅਟਰੈਕਸ਼ਨ ਨੂੰ ਛੱਡ ਨਹੀਂ ਸਕ ਰਹੇ ਹੁੰਦੇ, ਉਹ ਮਿੰਨਤਾਂ ਕਰ ਰਹੇ ਹੁੰਦੇ ਆ ਕਿ ਫਿਰ ਸਾਨੂੰ ਨਾ ਛੱਡ ਐਂਜਾ ਉਂਜਾ ਜੋ ਕੁਛ ਵੀ। ਲੇਕਿਨ ਜਿਸ ਟਾਈਮ ਉਸ ਬੰਦੇ ਦੇ ਦਿਮਾਗ ਵਿੱਚ ਇੱਕ ਵਾਰੀ ਗੱਲ ਆ ਗਈ ਮੈਂ ਛੱਡਣਾ ਫਿਰ ਛੱਡਣਾ ਆ ਫਿਰ ਕਿਸੇ ਤਰੀਕੇ ਨਾਲ ਤੁਹਾਨੂੰ ਛੱਡ ਦੇਵੇ, ਕੁਛ ਵੀ कह लो कि हरबा ला के चढ़े तुहानू फिर उन्होंने छड़ के साह लेना है। ठीक है, अच्छा ਹੁਣ ਇਹੀ ਗੱਲ ਹੈ ਕਿ ਸਾਡੀ ਅੱਜ ਕੱਲ ਜਿਹੜੀ ਯੂਥ ਹੈ ਜਾਂ ਜੋ ਵੀ ਅੱਜ ਕੱਲ ਦੇ ਸਾਡੀ ਆਵਾਮ ਆ ਉਹ ਇੱਕ ਚੀਜ਼ ਵਿੱਚ ਨਸੰਦੀ ਆ ਉਹ ਹੈ ਪੈਸਾ। ਸਾਡਾ ਹਰ ਬੰਦਾ ਹੀ ਟੋਟਲੀ ਹੱਤਾ ਕਿ ਵਿੱਚ ਮੈਂ ਵੀ ਹੈ ਹਰ ਇੱਕ ਬੰਦਾ ਨਫਸਾ ਸੀ ਪੈਸੇ ਦੇ ਪਿੱਛੇ ਪਿਆ ਹੋਇਆ ਵਾ। ਹਰ ਬੰਦਾ ਇਹੀ ਚਾਹੁੰਦਾ ਹੈ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਪੈਸਾ ਕਮਾ ਲਵਾਂ, ਚਾਹੇ ਉਹ ਹਲਾਲ ਆ ਹਰਾਮ ਆ, ਇਹ ਚੀਜ਼ ਤਮੀਜ਼ ਅਸੀਂ ਭੁੱਲ ਚੁੱਕੇ ਹਾਂ। ਠੀਕ ਹੈ ਨਾ, ਹਲਾਲ ਹਰਾਮ ਤੇ ਇੱਕ ਅਲੱਗ ਚੀਜ਼ ਰਹਿ ਗਈ। ਉਸ ਤੋਂ ਬਾਅਦ ਅਸੀਂ ਆਪਣੇ ਰੱਬ ਨੂੰ ਭੁੱਲ ਜਾਂਦੇ ਹਾਂ। ਇੱਥੇ ਇੱਕ ਮੈਂ ਕੁਰਾਨ ਦੀ ਇੱਕ ਆਇਤ ਵੀ ਬਿਆਨ ਕਰਾਂਗਾ ਤੇ ਉਹ ਕੁਰਾਨ ਜਿਹੜੀ ਆਇਤ ਆ ਉਹ ਹੈ ਜੀ ਸੂਰਜ ਜ਼ੁਮਰ ਦੀ ਆਇਤ ਆ। ਠੀਕ ਹੈ, ਤੇ ਸੂਰਜ ਜ਼ੁਮਰ ਉਹਦੀ ਆਇਤ ਨੰਬਰ ਹੈ ਜੀ 8 ਪਾਰਾ ਨੰਬਰ 23। ਠੀਕ ਹੈ, ਤੁਹਾਨੂੰ ਪਤਾ ਹੀ ਹੈ ਕਿ ਮੈਂ ਗੱਲ ਕਰਦਾ ਹਾਂ ਅਲਹਮਦੁਲਿल्लाह रेफरेंस ਨਾਲ। अच्छा ਉਹਦੇ ਵਿੱਚ अल्लाह पाक फरमा रहे हैं, आयत का तर्जुमा है, और जब इंसान को कोई तकलीफ पहुंचती है तो वो हमें पुकारता है, फिर जब हम इसे अपनी तरफ से कोई नेमत अता करते हैं तो वो कहता है कि ये तो मुझे मेरे इल्म की वजह से मिली है, बल्कि ये एक आजमाइश है लेकिन इनमें से अक्सर लोग नहीं जानते। अल्लाह पाक फरमा रहे हैं मफहूम से आ जाते हैं। अल्लाह पाक फरमाਉਂਦੀ जिस टाइम इंसान तो मुश्किल टाइम आता है इंसान बेगल हो जाता है। ਤੁਸੀਂ देख ਲਵੋ ਤੁਹਾਡੀ ਜ਼ਿੰਦਗੀ ਦੇ ਵਿੱਚ ਗੱਲ ਹੁੰਦੀ ਹੈ कि जय मुश्किल टाइम आया तो मसला डालेंगे ये दुआ मंगल लाफांगे अल्लाह है उस टाइम से रब वाल मुतवज्जा हो जाना है। जिस टाइम सारा मुश्किल टाइम निकल गया बस फिर रब वाल जाइदा ही नहीं वापस। ਅਸੀਂ ਕਹੀਦਾ ਬਸ ਠੀਕ ਹੈ ਜ਼ਿੰਦਗੀ ਚੱਲਦੀ ਪਈ ਹੈ ਚੱਲਣ ਦੋ ਜਿਸ ਤਰ੍ਹਾਂ ਚੱਲਦੀ ਪਈ ਹੈ ਅਲਹਮਦੁਲਿल्लाह ਨਹੀਂ ਕਹਿੰਦਾ ਇਹ ਤਾਂ ਗੱਲ। अच्छा नंबर 2 तो फिर उस आयत ਦੀ ਅਗਲੀ ਲਾਈਨ ਦਾ मतलब कि है या कि मफहूम ਉਹ ਇਹੀ ਬਣਦਾ ਆ कि जिस टाइम मुश्किल टाइम मतलब कि बंदे तो कर लिया गया माशा खत्म हो गई उन्हें एक नेमत अता कर दी गई मुश्किल टाइम जो आसानी के टाइम कर दिता गया तो नेमत आ गई तो बंदा फिर कहना मैं अपने बलबूते से निकलिया है मेरा इलम से इतने तक लेना जिन्हें। ठीक है ना, अच्छा उस तो बाद अल्लाह पाक फरमाता है कि नेमत एक इम्तिहान है। अल्लाह जात हर बंदे नूं आज़माउंदी है, किसी ने गरीबी रख के किसी ने अमीरी च रख के किसी ने औलाद वालों किसी ने माँ बाप वालों हर चीज वालों मतलब किसी ना किसी तरीके अल्लाह की याद आजमाना है कि बंदे मैं आजमावांगा देखदा मेरा बंदा की करदा है। अच्छा ਹੁਣ ਉਸ ਤੋਂ ਬਾਅਦ ਜਿਹੜੀ ਅਸੀਂ ਅਗਲੀ ਗੱਲ ਕਰਾਂਗੇ ਨਾ ਅੱਜ ਕਿ ਜਿਹੜਾ ਬੰਦੇ ਨਾਲ ਹਮਦਰਦੀ ਨਹੀਂ ਜਾਂਦੇ ਉਹਨੇ ਨਹੀਂ ਦੇਣੀ ਆ ਜਾ ਕੇ ਤੁਹਾਡੇ ਇੱਕ ਹੀ ਜ਼ਤ ਬਚਦੀ ਹੈ ਰੱਬ ਦੀ ਜ਼ਾਤ। ਆਪਣੇ ਰੱਬ ਦੀ ਜ਼ਾਤ ਵੱਲੋਂ ਚੱਲ ਜਾਓ। ਅਗਰ ਤੁਹਾਨੂੰ ਲੋਕ ਤਵੱਜਾ ਨਹੀਂ ਦੇ ਰਹੇ ਲੋਕ ਤੁਹਾਨੂੰ ਮਤਲਬ ਕਹ ਲਓ ਕਿ ਡਿਸਹਾਰਡ ਕਰਦੇ ਆ ਠੀਕ ਹੈ ਲੋਕ ਤੁਹਾਡੀ ਕਦਰ ਨਹੀਂ ਕਰਦੇ ਪਏ ਤੇ ਨਾ ਕਰਨ ਉਹਦੇ 'ਚ ਕਿਹੜਾ ਕੋਈ ਐਸਾ ਹੀ ਮਸਲਾ ਆ। ਲੋਕਾਂ ਦਾ ਕੰਮ ਤੁਹਾਨੂੰ ਦਲੀਲ ਕਰਨਾ। ਲੋਕ ਮੌਕਾ ਲੱਭ ਰਹੇ ਹੁੰਦੇ ਆ, ਲੋਕ ਇੱਕ ਮੌਕਾ ਲੱਭਦੇ ਆ। ਇਨਸਾਨ ਇੱਕ ਐਸੀ बड़ी माजता गल कर जा रहा है कि इंसान कुत्ते तो बदतर आ। झूठ हर एक ऐब साडे विच और रब ने पर्दे पाए हुए हैं लेकिन हसद कीना ए साडे विच चीज़ां जिहड़ियां है ना साडी अजकल दी आवाम दी नेचर पता की है कि कूल बनने लई गाल कढ देणगे
ਕੂਲ ਬਣਨ ਲਈ ਕਿਸੇ ਬੰਦੇ ਨੂੰ ਸਾਲ ਤੌਰ ਤੇ ਹੁਣ ਡਿਸ ਕਰ ਦੇਣਗੇ। 4 ਬੰਦੇ ਬੈਠੇ ਆ ਨਾ, ਤੇ ਮਿਸਾਲ ਤੌਰ ਤੇ ਇੱਕ ਵਿੱਚ ਤੇਰਾ ਉਸ ਸ਼ਰੀਫ ਹੈ ਜਾਂ ਸਿੱਧੜਾ ਆ, ਉਹਨੂੰ ਗੱਲਾਂ ਸੁਣਾ ਲੱਪਣਗੇ। ਅਗਰ ਸਿੱਧੜਾ ਨਹੀਂ ਹੈ ਸਾਲ ਤੌਰ ਤੇ, ਚਲੋ ਜੈਸਾ ਵੀ ਹੈ ਛੱਡ ਦੋ, ਲੇਕਿਨ ਉਹਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕਰਨਗੇ। ਇਨਸਾਨ ਦਾ ਕੰਮ ਹੈ ਜ਼ਲੀਲ ਕਰਨਾ। ਉਹ ਅੱਲਾਹ ਦੀ ਜ਼ਾਤ ਜਿਹੜੀ ਇੱਜ਼ਤ ਤੇ ਜ਼ਿਲਤ ਦੀ ਮਾਲਕ ਆ, ਜਿਹੜੀ ਇੱਜ਼ਤ ਤੇ ਜ਼ਿਲਤ ਦਿੰਦੀ ਹੈ, ਠੀਕ ਹੈ ਨਾ। ਲੇਕਿਨ ਇਨਸਾਨ ਕੋਈ ਕਮੀ ਪੇਸ਼ੀ ਨਹੀਂ ਛੱਡਦਾ ਉਸ ਚੀਜ਼ ਦੇ ਵਿੱਚ ਕਿ ਕਿਸੇ ਵੀ ਤਰੀਕੇ ਨਾਲ ਜ਼ਲੀਲ ਕਰ ਲਵਾਂ ਮੈਂ, ਠੀਕ ਹੈ। ਅੱਛਾ, ਉਸ ਤੋਂ ਬਾਅਦ ਜਿਹੜਾ ਤੁਹਾਡਾ ਰਾਗ ਆ, ਆਪਣੇ ਰਾਗ ਨੂੰ ਆਪਣੇ ਤੱਕ ਰੱਖਿਆ ਕਰੋ ਜਾਂ ਆਪਣੇ ਰੱਬ ਤੱਕ ਰੱਖਿਆ ਕਰੋ। ਇੱਕ ਰਾਗ ਸੀ, ਤੁਸੀਂ ਕੀ ਕੀਤਾ, ਇੱਕ ਬੰਦਾ ਮੇਰੇ ਕੋਲ ਆਉਂਦਾ ਹੈ ਤੇ ਮੇਰੇ ਕੰਚ ਕਹਿੰਦਾ ਹੈ ਜੀ ਮੇਰੇ ਨਾਲ ਨਾ ਫਲਾਣੇ ਬੰਦੇ ਨੇ ਇਹ ਕੀਤਾ ਯਾਰ, ਤੇ ਮੈਂ ਨਾ ਤੈਨੂੰ ਦੱਸਣ ਗਿਆ ਤੇ ਅੱਗੇ ਕੀ ਸੁਣਨਾ ਦੱਸੀ। ਮੇਰਾ ਸਵਾਲ ਆ ਉਸ ਬੰਦੇ ਤੋਂ ਕਿ ਤੇਰੇ ਪੇਟ ਚੋਂ ਗੱਲ ਨਹੀਂ ਮੇਰੇ ਚ ਰਹਿ ਜਾਏਗੀ। ਮੇਰਾ ਇੱਕ ਨਾ ਬਹੁਤ ਅਹਿਮ ਸਵਾਲ ਉਸ ਬੰਦੇ ਤੋਂ ਹੀ ਕਿ ਤੁਹਾਡੇ ਆਪਣੇ ਪੇਟ ਤੁਹਾਡੀ ਗੱਲ ਨਹੀਂ ਰਹੀ, ਤੁਹਾਡਾ ਆਪਣਾ ਜਿਹੜਾ ਤੁਸੀਂ ਕਾਂਡ ਕੀਤਾ ਸੀ, ਤੁਹਾਡੇ ਨੇ ਜੋ ਕਿਸੇ ਨੇ ਬੁਰਾ ਅਮਲ ਕੀਤਾ ਸੀ, ਤੁਹਾਡੇ ਆਪਣੇ ਪੇਟ ਚ ਮੇਰੇ ਪੇਟ ਚ ਕਿਸ ਤਰ੍ਹਾਂ ਰਹਿ ਜਾਏਗਾ। ਮੈਂ ਗੱਲ ਦੀ ਮਿਸਾਲ ਦੇ ਰਿਹਾ ਤੁਹਾਨੂੰ, ਠੀਕ, ਕਿ ਆਵਾਮ ਕਿਸੇ ਦੇ ਪਰਦਾਪੋਸ਼ੀ ਨਹੀਂ ਕਰਦੀ, ਲੋਕ ਪਰਦਾਪੋਸ਼ੀ ਨਹੀਂ ਕਰਦੇ। ਲੋਕ ਇੱਕ ਕੰਮ ਕਰਦੇ ਆ, ਲੋਕ ਉਹ 2-3 ਹੋਰ ਗੱਲਾਂ ਐਡ ਕਰਕੇ ਅੱਗੇ ਦੱਸ ਜ਼ਰੂਰ ਸਕਦੇ ਆ ਕਿਸੇ ਨੂੰ, ਉਹ ਯਾਰ ਉਹ ਫਲਾਣਾ ਫਲਾਣਾ ਬੰਦੇ ਨੇ ਉਹਨੇ ਏਦਾਂ ਕੀਤਾ ਕਿਸੇ ਨੂੰ, ਉਹ ਫਲਾਣਾ ਫਲਾਣਾ ਏਦਾਂ ਹੋ ਗਿਆ। ਹਮਦਰਦੀ ਨਹੀਂ ਆ। ਮੇਰੀ ਇੱਕ ਬਹੁਤ ਗੰਦੀ ਆਦਤ ਹੁੰਦੀ ਸੀ, ਮੈਂ ਆਪਣੇ ਗੱਲ ਦੀ ਕਰਦਾ ਚਲਾ ਤੇ ਅੱਜ ਤੱਕ ਮੈਂ ਉਸ ਬੰਦੇ ਨੂੰ ਦਬਾਵਾ ਦਿੰਦਾ ਆ ਕਿ ਮੇਰੇ ਨਾਲ ਅਗਰ ਕਿਸੇ ਨੇ ਮਾੜਾ ਕਰਨਾ ਤੇ ਮੈਂ ਜਾਂ ਮਤਲਬ ਬੈਠ ਕੇ ਦੱਸਣਾ ਆਪਣੇ ਸਰਕਲ ਦੇ ਵਿੱਚ 2 ਯਾਰ ਦੋਸਤਾਂ ਨੂੰ, ਜਾਂ ਮੇਰੇ ਨਾਲ ਫਲਾਣਾ ਕੀਤਾ। ਮੈਂ ਇੱਕ ਵਾਰੀ ਐਸਾ ਮੇਰੀ ਜ਼ਿੰਦਗੀ ਇੱਕ ਟਾਈਮ ਆਇਆ ਤੇ ਮੈਂ ਆਪਣੇ ਯਾਰ ਦੋਸਤਾਂ ਨੂੰ ਦੱਸ ਦਿੱਤਾ, ਮੈਨੂੰ ਬੜਾ ਦਲੀਲ ਕੀਤਾ ਗਿਆ ਉਸ ਗੱਲ ਦੇ ਵਿੱਚ। ਫਿਰ ਇੱਕ ਸਾਡੇ ਮਤਲਬ ਕਹਿ ਲਓ ਕਿ ਅੱਜ ਤੱਕ ਉਹਨੇ ਦਵਾਈ ਕਰਦਾ ਹੈ, ਗੱਲਾਂ ਦਾ ਭਲਾ ਕਰੇ, ਪਰ ਮੈਨੂੰ ਸਾਡੇ ਤੇ ਬਿਠਾਇਆ ਉਹਨੇ ਕਿਹਾ ਦੇਖ ਆਪਣੇ ਰਾਜ਼ ਨੂੰ ਰਾਜ਼ ਰੱਖਿਆ ਕਰ, ਤੇਰੀ ਗੱਲ ਤੇਰੇ ਤੱਕ ਰਵੇ ਜਾਂ ਤੇਰੇ ਰੱਬ ਤੱਕ ਰਵੇ, ਕਿਸੇ ਨੂੰ ਨਾ ਦੱਸ। ਤੈਅ ਮਾਨ ਤੇ ਇਹ ਲੋਕ ਨਵਾਜ਼ ਤੱਕ ਕਰਾ ਦਿੰਦੇ ਆ। ਹਮਦਰਦੀ ਕਿਹੜੀ ਸ਼ਾਇਦ ਹੀ ਹਮਦਰਦੀ ਉਦੋਂ ਤੱਕ ਆ ਜਦੋਂ ਤੱਕ ਤੁਸੀਂ ਕਿਸੇ ਦੇ ਝੂਠ ਨੂੰ ਸੱਚ ਕਹਿ ਰਹੇ ਹੋ, ਕਿਸੇ ਦੇ ਗਲਤ ਅਮਲ ਨੂੰ ਸਹੀ ਕਹਿ ਰਹੇ ਹੋ, ਤੁਹਾਡੇ ਨਾਲ ਹਮਦਰਦੀ ਲੋਕਾਂ ਨੂੰ ਉਦੋਂ ਤੱਕ ਬਸ। ਤੇ ਮੈਂ ਤੁਹਾਨੂੰ ਇੱਕ ਹੀ ਗੱਲ ਕਹਾਂਗਾ ਕਿ ਆਪਣਾ ਰਾਜ਼ਦਾਰ, ਆਪਣਾ ਹਮਦਰਦ, ਆਪਣਾ ਸਭ ਕੁਝ ਸਿਰਫ ਇੱਕ ਜ਼ਾਤ ਨੂੰ ਸਮਝੋ ਤੇ ਉਹ ਆ ਅੱਲਾਹ ਤਾਲਾ ਦੀ ਜ਼ਾਤ। ਉਸ ਜ਼ਾਤ ਤੋਂ ਸਿਵਾ ਕੋਈ ਐਸੀ ਜ਼ਾਤ ਨਹੀਂ ਆ ਜਿਹੜੀ ਤੁਹਾਡੀ ਰਾਜ਼ਦਾਰ ਹੋਵੇ, ਜਿਹੜੀ ਤੁਹਾਡੇ ਐਬਾਂ ਦੇ ਪਰਦੇ ਪਾਵੇ। ਕੋਈ ਜ਼ਾਤ ਐਸੀ ਨਹੀਂ ਹੈ, ਕੋਈ ਸ਼ਖਸ ਐਸਾ ਨਹੀਂ ਹੈ, ਕੁਛ ਨਹੀਂ ਹੈ। ਅੱਲਾਹ ਦੀ ਜ਼ਾਤ ਤੋਂ ਸਿਵਾ ਤੁਹਾਨੂੰ ਕੋਈ ਨਹੀਂ ਚੱਲ ਸਕਦਾ। ਆਪਣੇ ਰੱਬ ਵੱਲ ਮੁਤਵੱਜਾ ਰਹੋ, ਆਪਣੇ ਰੱਬ ਨੂੰ ਰਾਜ਼ਦਾਰ ਬਣਾਵੋ, ਆਪਣੇ ਰੱਬ ਨੂੰ ਦੋਸਤ ਬਣਾਵੋ। ਤੇ ਮੈਂ ਤੇਰਾ ਦੋਸਤ ਚੌਧਰੀ ਮੁਹੰਮਦ ਵਜੀਦ ਹਸਨ ਇੱਕ ਹੀ ਗੱਲ ਕਰਨਾ ਚਾਹਾਂਗਾ ਤੁਹਾਨੂੰ ਕਿ ਲੋਕਾਂ ਤੋਂ ਉਮੀਦਾਂ ਲੈਣੀਆਂ ਛੱਡ ਦਿਓ। ਲੋਕਾਂ ਤੋਂ ਉਮੀਦਾਂ ਲੈਣ ਦਾ ਕੋਈ ਫਾਇਦਾ ਨਹੀਂ ਹੈ। ਅਗਰ ਮੇਰੀ ਗੱਲ ਜਿਹੜੇ ਬੰਦੇ ਸਹਿਮਤ ਆ ਉਹਨੂੰ ਕਮੈਂਟ ਵਿੱਚ ਰੈਡ ਹਾਰਟ ਜ਼ਰੂਰ ਸੈਂਡ ਕਰਿਓ ਤੇ ਮੇਰੇ ਚੈਨਲ ਨੂੰ ਸਪੋਰਟ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤੇ ਮੈਂ ਤੁਹਾਡਾ ਦੋਸਤ ਚੌਧਰੀ ਮੁਹੰਮਦ ਵਜੀਦ ਹਸਨ ਤੁਹਾਡੇ ਕੋਲ ਲੈਣਾ ਇਜਾਜ਼ਤ। ਅੱਲਾਹ ਹਾਫਿਜ਼। ਅੱਲਾਹ ਸਾਡੇ ਸਾਰਿਆਂ ਨੂੰ ਹਾਮੀ ਰੱਖੇ।